ਆइए एक बार पढ़ लांगे। ਜਿਹੜਾ ਅਤ ਮਹਾਨ ਦੀ ਓਟ ਵਿੱਚ ਵਸਦਾ ਹੈ ਉਹ ਸਰਵ ਸ਼ਕਤੀਮਾਨ ਦੇ ਸਾਏ ਹੇਠ ਟਿਕੇਗਾ। इधर लिखिया जेड़ा आत्महान परमेश्वर दे साए हेठ वसदा है वो कदी घबराएगा नहीं, ਉਹਦਾ कदी नुकसान नहीं होगा। ਇਹ वचन दोबारा जिस कोल बाइबल हैगी एक बार पढ़ ले, फिर ਅਸੀਂ ਇਸ ਨੂੰ ਹੋਰ ਗੰਭੀਰਤਾ ਦੇ ਨਾਲ ਇਹਦੇ ਵਿੱਚੋਂ ਸਿੱਖਾਂਗੇ ਪ੍ਰਭੂ ਸਾਡਾ ਕਿੰਨਾ ਮਹਾਨ ਆ। ਹਾਂ, ਜਿਹੜਾ ਅਤ ਮਹਾਨ ਦੀ ਓਟ ਵਿੱਚ ਵਸਦਾ ਹੈ, ਓਟ ਕਿਸੇ ਦੀ ਓਟ ਲੈਣੀ, ਸਹਾਰਾ ਲੈਣਾ। ਅਸੀਂ ਸਾਰਿਆਂ ਨੇ ਆਤਮਹਾਨ ਪਰਮੇਸ਼ਰ ਦਾ ਸਹਾਰਾ ਲਿਆ ਹੈ। ਲਿਖਿਆ ਜਿਹੜਾ ਆਤਮਹਾਨ ਦੀ ਓਟ ਵਿੱਚ ਵਸਦਾ ਹੈ ਉਹ ਸਰਵ ਸ਼ਕਤੀਮਾਨ ਦੇ ਸਾਏ ਹੇਠ ਟਿਕੇਗਾ। ਉਹ ਸਰਵ ਸ਼ਕਤੀਮਾਨ ਦੇ ਸਾਏ ਹੇਠ ਟਿਕੇਗਾ, ਯਾਨੀ ਕਿ ਉਹਦੀ ਕਿਰਪਾ, ਉਹਦਾ ਸਾਇਆ ਉਹਦੇ ਤੇ ਸਦਾ ਬਣਿਆ ਰਹੂਗਾ। ਉਹ ਕਦੀ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰੂਗਾ। ਕਿਉਂ? ਕਿਉਂਕਿ ਆਤਮਹਾਨ ਦੀ ਓਟ ਇੰਨੀ ਮਜ਼ਬੂਤ ਆ, ਇੰਨੀ ਤਗੜੀ ਆ, ਸਾਨੂੰ ਕੋਈ ਵੀ ਉਹਦੇ ਓਟ ਦੇ ਵਿੱਚ ਆਣ ਕੇ ਸਾਡਾ ਕੋਈ ਨੁਕਸਾਨ ਨਹੀਂ ਕਰ ਸਕਦਾ। ਓਟ ਸਮਝਦੇ ਆ ਤਾਂ ਇੱਕ ਵੱਡਾ ਗੜ ਹੁੰਦਾ ਹੈ, ਅੱਗੇ ਉਹ ਵੀ ਵਚਨ ਆਊਗਾ। ਇੱਕ ਰਹਿਣ ਵਾਲੀ ਚੰਗੀ ਮਜ਼ਬੂਤ ਜਗ੍ਹਾ ਆ ਜਿੱਥੇ ਕੋਈ ਵੀ ਸਾਡਾ ਕੁਝ ਵਿਗਾੜ ਨਹੀਂ ਸਕਦਾ। ਅਸੀਂ ਉੱਥੇ ਆਏ ਆ ਆਤਮਹਾਨ ਦੀ ਓਟ ਸਮਝਣ ਦੇ ਵਿੱਚ, ਜਿੱਥੇ ਕਿਸੇ ਵੀ ਚੀਜ਼ ਦਾ ਖਤਰਾ ਨਹੀਂ ਹੈ। ਖਤਰਾ ਸਾਡੀ ਸੋਚ ਦੇ ਵਿੱਚ ਡਰ ਆ। ਇੱਕ ਜਦ ਅਸੀਂ ਆਤਮਹਾਨ ਦੀ ਓਟ ਤੇ ਵਿਸ਼ਵਾਸ ਕਰਕੇ ਆ ਗਏ, ਫਿਰ ਸਾਡੀ ਸੋਚ ਦੇ ਵਿੱਚੋਂ ਡਰ ਪਹਿਲਾਂ ਖਤਮ ਹੋ ਜਾਊਗਾ। ਫਿਰ ਸਾਡਾ ਭਰੋਸਾ, ਸਾਡਾ ਵਿਸ਼ਵਾਸ ਵੱਧ ਜਾਊਗਾ। ਫਿਰ ਇੰਨਾ ਕੁ ਵਿਸ਼ਵਾਸ ਮਜ਼ਬੂਤ ਹੋਊਗਾ, ਫਿਰ ਅਸੀਂ ਸਰਵ ਸ਼ਕਤੀਮਾਨ ਪਰਮੇਸ਼ਰ ਦੇ ਸਾਏ ਹੇਠਾਂ ਵਸਾਂਗੇ। ਸ਼ੈਤਾਨ ਦੀਆਂ ਸ਼ਕਤੀਆਂ ਦੇ ਸਾਹਮਣੇ ਰਵਾਂਗੇ। ਸ਼ੈਤਾਨ ਦੀਆਂ ਸ਼ਕਤੀਆਂ ਨੂੰ ਕੋਈ ਹੱਕ ਨਹੀਂ ਆ, ਉਹ ਸਾਡਾ ਵਾਲ ਵੀ ਵਿੰਗਾ ਕਰਦੇ ਨੇ। ਹਾਲੇਲੂਇਆ। ਇਧਰ ਗੱਲ ਆਉਂਦੀ ਆ ਪਰਮੇਸ਼ਰ ਦੀ ਅਣਖ ਤੇ, ਉਹਦੀ ਓਟ। ਜਦ ਅਸੀਂ ਉਹਦੀ ਓਟ 'ਚ ਆ ਗਏ, ਜਦ ਉਹਦੇ ਉੱਤੇ ਅਸੀਂ ਭਰੋਸਾ ਰੱਖਿਆ ਆ, ਤੇ ਉਹ ਅਣਖ ਨਾਲ ਭਰਿਆ ਆ। ਔਰ ਕੋਈ ਸਾਡੇ ਲਈ ਗੁੱਸੇ ਨਾਲ ਵੀ ਵੇਖੇ ਤੇ ਭਲਾ ਉਹ ਚੁੱਪ ਰਵੇ, ਇਹ ਨਹੀਂ ਹੋ ਸਕਦਾ। ਉਹ ਸਰਵ ਸ਼ਕਤੀਮਾਨ ਆ, ਉਹ ਰਾਜਿਆਂ ਦਾ ਰਾਜਾ ਆ, ਉਹ ਪ੍ਰਭੂਆਂ ਦਾ ਪ੍ਰਭੂ ਆ। ਉਹ ਸਾਰੀਆਂ ਦੁਸ਼ਟ ਸ਼ਕਤੀਆਂ ਦੇ ਉੱਤੇ ਵੀ ਹੱਕ ਰੱਖਦਾ ਹੈ, ਕਿਉਂਕਿ ਕੋਈ ਵੀ ਚੀਜ਼ ਆਣ ਕੇ ਆਤਮਹਾਨ ਦੀ ਓਟ ਵਿੱਚ ਸਾਡਾ ਨੁਕਸਾਨ ਨਹੀਂ ਕਰ ਸਕਦੀ। ਅਸੀਂ ਐਸੀ ਜਗ੍ਹਾ ਆ ਚੁੱਕੇ ਹਾਂ ਜਿੱਥੇ ਕੋਈ ਸਾਡਾ ਵਾਲ ਵੀ ਵਿੰਗਾ ਕਰ ਨਹੀਂ ਸਕਦਾ। ਅਸੀਂ ਆਤਮਹਾਨ ਦੀ ਓਟ 'ਚ ਆਏ ਹਾਂ, ਅਸੀਂ ਪ੍ਰਭੂ ਦੇ ਕੋਲ ਆਏ ਹਾਂ। ਸਾਡਾ ਪ੍ਰਭੂ ਜਿੰਦਾ ਆ, ਇਸ ਲਈ ਉਹ ਜਿੰਦਾ ਹੋਣ ਦੇ ਕਾਰਨ ਸਾਨੂੰ ਕਿਸੇ ਚੀਜ਼ ਦਾ ਡਰ ਨਹੀਂ ਹੋਣਾ। ਪਰਮੇਸ਼ਰ ਦੇ ਸਾਏ ਹੇਠ ਆਏ ਹਾਂ, ਇਸ ਲਈ ਆਤਮਹਾਨ ਪਰਮੇਸ਼ਰ ਦੇ ਸਾਏ ਦੇ ਹੇਠ ਆਏ ਆ। ਤਾਂ ਹੁਣ ਸਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਹਰ ਜਗ੍ਹਾ ਕਮਜ਼ੋਰ ਹੋ ਸਕਦੀ ਹੈ। ਜਿੰਨੀ ਵੀ ਲੋਹੇ ਦੀ ਇੱਕ ਦੀਵਾਰ ਆ ਉਹ ਵੀ ਪਿਘਲ ਸਕਦੀ ਆ, ਲੇਕਿਨ ਆਤਮਹਾਨ ਦੀ ਓਟ ਜਿਹੜੀ ਆ ਉਹ ਕਦੀ ਵੀ ਸਾਡਾ ਨੁਕਸਾਨ ਹੋਣ ਦੇਗੀ ਨਹੀਂ। ਕਿਉਂ? ਕਿਉਂਕਿ ਉਹ ਆਤਮਹਾਨ ਪਰਮੇਸ਼ਰ ਜਿਹੜਾ ਆ ਉਹਦੀ ਸਾਇਆ ਹੇਠ ਅਸੀਂ ਆ ਚੁੱਕੇ ਹਾਂ। ਹੁਣ ਸਾਨੂੰ ਸਾਰਾ ਵਿਸ਼ਵਾਸ ਉਸ ਪ੍ਰਭੂ ਤੇ ਰੱਖਣਾ ਚਾਹੀਦਾ ਆ। ਹੁਣ ਉਹ ਸਾਡਾ ਵਾਲ ਵੀ ਵਿੰਗਾ ਨਹੀਂ ਹੋਣ ਦੇਗਾ। ਇਸ ਲਈ ਆਈਏ ਅੱਗੇ ਹੋਰ ਪੜ੍ਹ ਲਾਂਗੇ। ਹਾਂਜੀ ਪੜ੍ਹ ਲਈ। ਹਾਂਜੀ। ਮੈਂ ਯਹੋਵਾ ਦੇ ਵਿਖੇ ਆਖਾਂਗਾ, ਆਂਦਾ ਮੈਂ ਉਹਦੇ ਵਿਖੇ ਆਖੂੰਗਾ ਜਿਹਦੇ ਤੇ ਮੈਨੂੰ ਭਰੋਸਾ ਹੈ। ਹਾਂ, ਕਿ ਉਹ ਮੇਰੀ ਪਨਾਹ ਅਤੇ ਮੇਰਾ ਗੜ ਹੈ। ਉਹ ਮੇਰੀ ਪਨਾਹ ਤੇ ਮੇਰਾ ਗੜ ਆ। ਹੁਣ ਗੱਲ ਇਧਰ ਆ ਗਈ ਗੜ ਦੀ। ਗੜ, ਅਸੀਂ ਇਧਰ ਸ਼ਬਦ ਆਇਆ ਗੜ ਦੇ ਬਾਰੇ। ਗੜ ਇੱਕ ਐਸਾ ਹੁੰਦਾ ਆ, ਜਦ ਉਹਦੇ ਬਾਰੇ ਸਾਨੂੰ ਗਿਆਨ ਹੋਊਗਾ ਤੇ ਫਿਰ ਕਦੀ ਡਰ ਨਹੀਂ ਆਊਗਾ, ਫਿਰ ਕਦੀ ਘਬਰਾਹਟ ਨਹੀਂ ਹੋਊਗੀ, ਫਿਰ ਸਾਡੇ ਅੰਦਰ ਆਤਮ ਦਲੇਰੀ ਹੋਊਗੀ। ਕਿਉਂ? ਅਸੀਂ ਆਤਮਹਾਨ ਪਰਮੇਸ਼ਰ ਦੇ ਪਿੱਛੇ ਚੱਲਦੇ ਹਾਂ। ਤੋ ਗੜ ਕੀ ਚੀਜ਼ ਆ?
ਅਸੀਂ ਯਰੀਓ ਦੀ ਦੀਵਾਰ ਦੇ ਬਾਰੇ ਜਦ ਵਚਨ ਦੇ ਵਿੱਚੋਂ ਪੜ੍ਹਦੇ ਹਾਂ ਤੇ ਉਹ ਦੀਵਾਰ ਇੰਨੀ ਮਜ਼ਬੂਤ ਬਣਾਈ ਗਈ ਸੀ, ਸ਼ਹਿਰ ਦੇ 4 ਚੁਫੇਰੇ। ਹੁਣ ਅਸੀਂ ਵੇਖਦੇ ਸ਼ਹਿਰ ਦੇ 4 ਚੁਫੇਰੇ ਦੀਵਾਰ ਨਹੀਂ ਹੁੰਦੀ, ਕਿਉਂਕਿ ਰਾਜਿਆਂ ਦਾ ਰਾਜ ਨਹੀਂ ਆ। ਹੁਣ ਰਾਜ ਆ ਗਿਆ ਮੁੱਖ ਮੰਤਰੀ, ਪ੍ਰਧਾਨ ਮੰਤਰੀ। ਲੇਕਿਨ ਪਹਿਲਾਂ ਰਾਜਿਆਂ ਦਾ ਰਾਜ ਹੁੰਦਾ ਸੀ, ਤੇ ਜਦੋਂ ਰਾਜਿਆਂ ਦਾ ਰਾਜ ਹੁੰਦਾ ਸੀ, ਰਾਜੇ ਸ਼ਹਿਰ ਦੇ 4 ਚੁਫੇਰੇ ਇੱਕ ਬਹੁਤ ਵੱਡੀ ਦੀਵਾਰ ਬਣਾਉਂਦੇ ਸੀ। ਉਹ ਦੀਵਾਰ ਇੰਨੀ ਕੁ ਵੱਡੀ ਹੁੰਦੀ ਸੀ ਕਿ ਜਿਹਦੇ ਉੱਤੇ 2 ਘਰ ਵੀ ਵਸਦੇ ਸੀ। ਇੱਕ ਘਰ ਦਾ ਜਿਹੜਾ ਪਿੱਛਾ ਹੁੰਦਾ ਸੀ ਉਹ ਸ਼ਹਿਰੋਂ ਬਾਹਰ ਨੂੰ ਹੁੰਦਾ ਸੀ, ਉਧਰ ਬਾਰੀ ਰੱਖੀ ਹੁੰਦੀ ਸੀ। ਕੋਈ ਵੀ ਹਿਲਜੁਲ ਹੋਵੇ, ਕੋਈ ਵੀ ਰਾਜਾ ਆਵੇ, ਕੋਈ ਵੀ ਉਧਰ ਹਿਲਜੁਲ ਹੁੰਦੀ ਆ ਤੇ ਉਹਨਾਂ ਨੇ ਖਬਰ ਕਰਨੀ ਆ। ਉਹਨਾਂ ਨੇ ਖਬਰ ਕਰਨੀ ਆ, ਜਿਹੜੇ ਸੰਤਰੀ ਆ ਉਹਨਾਂ ਨੇ ਗਾਂਹ ਜਾ ਕੇ ਗਾਂਹ ਦੀ ਗਾਂਹ ਰਾਜੇ ਨੂੰ ਖਬਰ ਕਰਨੀ ਆ, ਸਾਡੇ ਸ਼ਹਿਰ ਨੂੰ ਘੇਰਾ ਪੈ ਗਿਆ। ਇਸੇ ਤਰ੍ਹਾਂ ਇੱਕ ਘਰ ਦਾ ਪਿੱਛਾ ਸ਼ਹਿਰ ਵੱਲ ਹੁੰਦਾ ਸੀ ਔਰ ਇੱਕ ਘਰ ਦਾ ਪਿੱਛਾ ਸ਼ਹਿਰੋਂ ਬਾਹਰ ਹੁੰਦਾ ਸੀ। 4 ਚੁਫੇਰੇ ਦੀਵਾਰ ਆ। ਉਹ ਦੀਵਾਰ ਜਿਹੜੀ ਆ ਬੜੀ ਮਜ਼ਬੂਤ ਦੀਵਾਰ ਆ। ਉਸ ਦੀਵਾਰ ਨੂੰ ਇੰਨਾ ਕੁ ਮਜ਼ਬੂਤੀ ਨਾਲ ਬਣਾਇਆ ਆ, ਕੋਈ ਵੀ ਉਧਰ ਅੰਦਰ ਨਹੀਂ ਜਾ ਸਕਦਾ। ਔਰ ਉਹਦੇ ਅੰਦਰ ਦੁਨੀਆ ਰਾਜ ਸਾਰਾ ਵਸਦਾ ਹੈ। ਉਸ ਰਾਜ ਦੇ ਵਿੱਚ ਇੱਕ ਰਾਜਾ ਵਸਦਾ ਹੈ। ਉਹ ਜਿਹੜਾ ਰਾਜਾ ਵਸਦਾ ਆ, ਉਹਨੂੰ ਧਰਤੀ ਦੇ ਥੱਲੇ ਇੱਕ ਮਜ਼ਬੂਤ ਦੀਵਾਰ ਜਾਂ ਮਜ਼ਬੂਤ ਘਰ ਬਣਾ ਕੇ ਉਹਦੇ ਵਿੱਚ ਰਹਿੰਦਾ ਹੈ। ਇਸ ਲਈ ਜਦ ਉਹਦੇ 'ਚ ਰਹਿੰਦਾ ਆ, ਉਹਨੂੰ ਕਹਿੰਦੇ ਸੀ ਰਾਜੇ ਦਾ ਗੜ੍ਹ। ਤੇ ਅੱਜ ਅਸੀਂ ਪੜ੍ਹਿਆ ਆ, ਪਰਮੇਸ਼ਰ ਯਹੋਵਾ ਮੇਰਾ ਗੜ੍ਹ ਆ। ਹਾਲੇਲੂਇਆ। ਉਹ ਗੜ੍ਹ ਜਿਹੜਾ ਇੰਨਾ ਮਜ਼ਬੂਤ ਹੁੰਦਾ ਸੀ, ਜੇ ਪਹਿਲਾਂ ਕਿਸੇ ਨੇ ਵੀ ਆਣ ਕੇ ਸਰੀਰਕ ਤੌਰ ਤੇ ਵਾਰ ਕਰਨਾ ਤਾਂ ਪਹਿਲਾਂ ਦਰਵਾਜ਼ੇ ਤੇ ਹਮਲਾ ਕਰੂਗਾ, ਫਿਰ ਦੀਵਾਰ ਤੋੜੂਗਾ, ਫਿਰ ਦੀਵਾਰ ਤੋੜ ਕੇ ਅੰਦਰ ਆਊਗਾ, ਫਿਰ ਸਾਰੀ ਪਬਲਿਕ ਨੂੰ ਮਾਰੂਗਾ, ਤਾਂ ਰਾਜੇ ਤੱਕ ਜਾਊਗਾ। ਉਹ ਰਾਜਾ ਆਪਣਾ ਕੀ ਬਣਾ ਕੇ ਰੱਖਦਾ ਸੀ? ਗੜ੍ਹ, ਲੁਕਣ ਦੇ ਲਈ। ਸਾਡੇ ਲੁਕਣ ਦੇ ਲਈ ਜਗ੍ਹਾ ਆ ਪਰਮੇਸ਼ਰ, ਸਾਡੇ ਲੁਕਣ ਦੇ ਲਈ ਜਗ੍ਹਾ ਆ ਯਹੋਵਾ ਮੇਰਾ ਗੜ੍ਹ ਆ। ਉਹ ਗੜ੍ਹ ਮੇਰਾ ਇੰਨਾ ਮਜ਼ਬੂਤ ਗੜ੍ਹ ਆ, ਜਿਹਨੂੰ ਕੋਈ ਵੀ ਰਾਜਾ ਨਹੀਂ ਤੋੜ ਸਕਦਾ, ਜਿਹਨੂੰ ਕੋਈ ਬਿਮਾਰੀ ਨਹੀਂ ਤੋੜ ਸਕਦੀ, ਜਿਹਨੂੰ ਕੋਈ ਸ਼ੈਤਾਨ ਦੀ ਸ਼ਕਤੀ ਨਹੀਂ ਤੋੜ ਸਕਦੀ, ਜਿਹਨੂੰ ਕੋਈ ਵੀ ਚੀਜ਼ ਨੁਕਸਾਨ ਨਹੀਂ ਪਹੁੰਚਾ ਸਕਦੀ। ਉਹ ਆ ਮੇਰਾ ਗੜ੍ਹ। ਮੈਂ ਉਸ ਗੜ੍ਹ ਦੇ ਅੰਦਰ ਆ। ਜਦ ਮੈਂ ਉਸ ਗੜ੍ਹ ਦੇ ਅੰਦਰ ਆਇਆ ਆ ਤੇ ਹੁਣ ਮੈਨੂੰ ਸਾਰੀ ਚਿੰਤਾ ਛੱਡ ਦੇਣੀ ਚਾਹੀਦੀ ਆ। ਕਿਉਂ? ਹੁਣ ਕੋਈ ਵੀ ਚੀਜ਼ ਮੇਰਾ ਨੁਕਸਾਨ ਨਹੀਂ ਕਰ ਸਕਦੀ, ਕਿਉਂਕਿ ਯਹੋਵਾ ਮੇਰਾ ਕੀ ਆ? ਗੜ੍ਹ ਆ। ਇਸ ਲਈ ਪ੍ਰਭੂ ਦੇ ਵਚਨ ਦੇ ਵਿੱਚ ਲੂਕਾ ਦੀ ਇੰਜੀਲ ਜਦ ਅਸੀਂ ਪੜ੍ਹਦੇ ਹਾਂ, ਉਧਰ ਸਾਨੂੰ ਮਿਲਦਾ ਨਾ, ਕੋਈ ਵੀ ਚੀਜ਼ ਹੁਣ ਤੁਹਾਡਾ ਨੁਕਸਾਨ ਨਹੀਂ ਕਰੇਗੀ। ਕਿਉਂ? ਕਿਉਂਕਿ ਅਸੀਂ ਗੜ੍ਹ ਦੇ ਵਿੱਚ ਆਏ। ਦੱਸਦੇ ਉਸ ਦਾ 18 ਵਚਨ ਪੜ੍ਹ ਲੈ, ਲੂਕਾ 10 ਦਾ 18। ਉਸਨੇ ਉਹਨਾਂ ਨੂੰ ਆਖਿਆ, ਹਾਂ, ਮੈਂ ਸ਼ੈਤਾਨ ਨੂੰ ਬਿਜਲੀ ਵਾਂਗ ਹਾਂ, ਆਕਾਸ਼ ਤੋਂ ਡਿੱਗਾ ਹੋਇਆ ਡਿੱਠਾ ਵੇ। ਹਾਂ, ਵੇਖੋ ਮੈਂ ਤੁਹਾਨੂੰ ਸੱਪਾਂ ਤੇ ਠੂਹਿਆਂ ਦੇ ਲਟਾਰਨ ਹਾਂ, ਦਾ ਅਰ ਵੈਰੀ ਦੀ ਸਾਰੀ ਸ਼ਕਤੀ ਉੱਤੇ ਇਖਤਿਆਰ ਦਿੱਤਾ ਹੈ। ਹਾਂ। ਅਤੇ ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਨਾ ਕਰੇਗੀ। ਹੁਣ ਤੁਸੀਂ ਗੜ੍ਹ ਦੇ ਅੰਦਰ ਜਾਓ। ਹੁਣ ਤੁਸੀਂ ਮਜ਼ਬੂਤ ਪਰਮੇਸ਼ਰ ਦੇ ਕੋਲ ਆਏ ਜੋ। ਹੁਣ ਤੁਸੀਂ ਉਸ ਪ੍ਰਭੂ ਦੇ ਕੋਲ ਆਏ ਜੋ ਜਿਹਨੇ ਸਾਰੀ ਦੁਨੀਆ ਨੂੰ ਬਣਾਇਆ ਆ। ਹੁਣ ਤੁਸੀਂ ਉਸ ਪ੍ਰਭੂ ਦੇ ਕੋਲ ਆਏ ਜੋ ਜਿਹਨੇ ਸਾਰੀਆਂ ਦੁਸ਼ਟ ਸੈਨਾ ਨੂੰ ਵੀ ਬਣਾ ਕੇ ਇੱਕ ਸਵਰਗੀ ਥਾਂ 'ਚ ਰੱਖਿਆ ਸੀ। ਜਦ ਇਹ ਬਗਾਵਤ ਕਰਕੇ ਡਿੱਗ ਪਈਆਂ ਤਾਂ ਹੁਣ ਇਹ ਲੋਕਾਂ ਨੂੰ ਡਰਾਉਂਦੀਆਂ ਨੇ। ਹੁਣ ਇਹ ਲੋਕਾਂ ਨੂੰ ਡਰਾ ਕੇ ਧਮਕਾ ਕੇ ਉਹਨਾਂ ਤੋਂ ਪੂਜਾ ਕਰਾਉਂਦੀਆਂ ਨੇ। ਇਸ ਲਈ ਹੁਣ ਡਰਨ ਦੀ ਜ਼ਰੂਰਤ ਨਹੀਂ ਆ। ਇਹਨਾਂ ਨੂੰ ਜਿਹਨੇ ਬਣਾਇਆ ਉਹ ਸਰਵ ਸ਼ਕਤੀਮਾਨ ਪਰਮੇਸ਼ਰ ਮੇਰਾ ਪ੍ਰਭੂ ਆ। ਹੁਣ ਇਹ ਕਦੀ ਵੀ ਮੇਰਾ ਵਾਲ ਵੀ ਵਿੰਗਾ ਕਰ ਨਹੀਂ ਸਕਦੇ। ਹੁਣ ਤੇ ਸਾਹਮਣੇ ਖੜੇ ਹੋ ਕੇ ਬੋਲਣ ਦੀ ਲੋੜ ਆ। ਦੁਸ਼ਟ ਸ਼ਕਤੀਓ, ਮੈਂ ਯਹੋਵਾ ਪਰਮੇਸ਼ਰ ਦਾ ਆ। ਮੈਂ ਉਹਦੇ ਗੜ੍ਹ ਦੇ ਵਿੱਚ ਰਹਿਣਾ ਆ। ਹਿੰਮਤ ਆ ਤੇ ਛੂਹ ਕੇ ਵਿਖਾਓ। ਫਿਰ ਇਹ ਸਾਰੀਆਂ ਭੱਜ ਜਾਂਦੀਆਂ ਨੇ, ਕਿਉਂਕਿ ਇਹ ਡਰਾਉਂਦੀਆਂ ਨੇ। ਇਹ ਸਾਨੂੰ ਦੂਰੋਂ ਖਲੋ ਕੇ ਪਰੇਸ਼ਾਨ ਕਰਦੀਆਂ ਨੇ। ਇਸ ਲਈ ਸਾਡਾ ਵਾਲ ਵੀ ਵਿੰਗਾ ਕਰ ਨਹੀਂ ਸਕਦਾ। ਕਿਉਂ? ਕਿਉਂਕਿ ਅਸੀਂ ਜਦੋਂ ਬੋਲਦੇ ਨਾ ਯਹੋਵਾ ਮੇਰਾ ਗੜ੍ਹ ਆ,
ਉਦੋਂ ਇਹਨਾਂ ਦੇ ਪੈਰ ਖਿਸਕ ਜਾਂਦੇ ਆ। ਉਦੋਂ ਫਿਰ ਗਾਂ ਨੂੰ ਨਹੀਂ, ਸਾਡੇ ਵੱਲ ਨਹੀਂ, ਇਹ ਪਛਾਣ ਨੂੰ ਦੌੜਦੀਆਂ ਨੇ, ਕਿਉਂਕਿ ਜਿਹਦਾ ਯਹੋਵਾ ਗੜਿਆ ਉਹਦੀ ਕੋਈ ਵਾਲੇ ਵੇਖ ਨਹੀਂ ਸਕਦਾ। ਅੱਜ ਮੇਰੇ ਪਿਆਰਿਓ ਅਸੀਂ ਸਿੱਖ ਰਹੇ ਹਾਂ ਆਤਮਹਾਨ ਦੀ ਓਟ ਔਰ ਯਹੋਵਾ ਮੇਰਾ ਗੜਿਆ। ਮੈਂ ਸਰਵ ਸ਼ਕਤੀਮਾਨ ਪਰਮੇਸ਼ਰ ਦੇ ਸਾਏ ਹੇਠ ਵਸਦਾ ਆ। ਇਸ ਲਈ ਸਾਡੇ ਸਰਕਾਰੀ ਜਿਹੜੀ ਸਰਕਾਰ ਉਹਨੇ ਇੱਕ ਛੋਟਾ ਜਿਹਾ ਪ੍ਰੋਗਰਾਮ ਬਣਾਇਆ ਆ, ਇੱਕ ਵਰਦੀ ਬਣਾ ਕੇ ਦਿੱਤੀ ਆ, ਇੱਕ ਗੱਡੀ ਬਣਾ ਦਿੱਤੀ ਆ। ਉਹਦੇ ਵਿੱਚ ਕੋਈ ਗੋਲੀ ਨਹੀਂ ਵੱਜਦੀ, ਬੰਬ ਦਾ ਨੁਕਸਾਨ ਨਹੀਂ ਹੁੰਦਾ, ਲੇਕਿਨ ਉਹ ਸਾਰੀਆਂ ਫੇਲ ਹੋ ਸਕਦੀਆਂ ਨੇ। ਲੇਕਿਨ ਯਹੋਵਾ ਪਰਮੇਸ਼ਰ ਜੀ ਦਾ ਗੜ ਬਣ ਗਿਆ, ਉਹਨੂੰ ਕਿਸੇ ਗੱਲ ਦੀ ਪਰਵਾਹ ਕਰਨ ਦੀ ਜ਼ਰੂਰਤ ਨਹੀਂ ਆ। ਉਹ ਕਹਿੰਦਾ ਤੇਰਾ ਸਿਰ ਦਾ ਵਾਲ ਵੀ ਕੋਈ ਵਿੰਗਾ ਨਹੀਂ ਕਰ ਸਕਦਾ। ਇਸ ਲਈ ਡਰਨ ਦੀ ਲੋੜ ਹੈ। ਅੱਜ ਮੈਂ ਆਇਆ ਕਿਹਦੇ ਕੋਲ ਆ? ਮੇਰਾ ਗੜ ਆ ਯਹੋਵਾ ਪਰਮੇਸ਼ਰ। ਆਈਏ ਅਸੀਂ 94 ਜ਼ਬੂਰ ਉਸ ਦਾ 22 ਵਚਨ ਨੂੰ ਪੜ੍ਹ ਲਾਂਗੇ। ਪਰ ਯਹੋਵਾ ਮੇਰਾ ਉੱਚਾ ਗੜ ਹੈ। ਯਹੋਵਾ ਮੇਰਾ ਉੱਚਾ ਪਹਿਲਾਂ ਅਸੀਂ ਸਿੱਖਿਆ ਸਰੀਰਕ ਗੜ ਧਰਤੀ ਦੇ ਥੱਲੇ ਹੁੰਦਾ ਸੀ, ਲੇਕਿਨ ਹੁਣ ਧਰਤੀ ਦੇ ਥੱਲੇ ਨਹੀਂ ਆ। ਮੈਂ ਬਹੁਤ ਉੱਚੀ ਜਗ੍ਹਾ ਤੇ ਆ। ਮੈਂ ਉਸ ਗੜ ਦੇ ਵਿੱਚ ਰਹਿਣਾ ਆ ਜਿੱਥੇ ਕੋਈ ਪਹੁੰਚ ਹੀ ਨਹੀਂ ਸਕਦਾ, ਜਿੱਥੇ ਕੋਈ ਸੋਚ ਕੇ ਵੀ ਮੇਰੇ ਕੋਲ ਨਹੀਂ ਆ ਸਕਦਾ, ਜਿੱਥੇ ਕੋਈ ਸੋਚ ਕੇ ਵੀ ਮੈਨੂੰ ਹੱਥ ਨਹੀਂ ਲਾ ਸਕਦਾ। ਇਸ ਲਈ ਯਹੋਵਾ ਮੇਰਾ ਉੱਚਾ ਗੜ ਆ, ਜਿੱਥੇ ਮੈਂ ਰਹਿ ਰਿਹਾ ਆ। ਧਰਤੀ ਦੀਆਂ ਤੇ ਦੀਵਾਰਾਂ ਤੋੜ ਕੇ ਆ ਜਾਊਗਾ, ਧਰਤੀ ਦੇ ਦਰਵਾਜ਼ੇ ਤੋੜ ਕੇ ਆ ਜਾਊਗਾ, ਲੇਕਿਨ ਮੈਂ ਯਹੋਵਾ ਪਰਮੇਸ਼ਰ ਦੇ ਗੜ ਦੇ ਵਿੱਚ ਰਹਿਣਾ ਆ। ਉਹ ਉੱਚਾ ਗੜ ਆ। ਇਸ ਲਈ ਜੋ ਪ੍ਰਭੂ ਦੇ ਉੱਤੇ ਵਿਸ਼ਵਾਸ ਕਰਦਾ ਆ, ਸੱਚੇ ਦਿਲੋਂ ਉਹਨੂੰ ਮੁਕਤੀ ਦਾਤਾ ਪ੍ਰਭੂ ਕਰਕੇ ਮੰਨ ਲੈਂਦਾ ਆ, ਫਿਰ ਉਹਦੀਆਂ ਸਾਰੀਆਂ ਮੁਸ਼ਕਲਾਂ ਹਟ ਜਾਂਦੀਆਂ ਨੇ, ਫਿਰ ਸਾਰੇ ਉਹਦੇ ਡਰ ਦੂਰ ਹੋ ਜਾਂਦੇ ਆ, ਫਿਰ ਉਹਦੇ ਅੰਦਰ ਕੋਈ ਘਬਰਾਹਟ ਨਹੀਂ ਰਹਿੰਦੀ। ਉਹ ਰਾਤ ਨੂੰ ਵੀ ਸ਼ੇਰ ਦੀ ਤਰ੍ਹਾਂ ਚੱਲਦਾ ਆ। ਫਿਰ ਉਹਨੂੰ ਬਾਡੀਗਾਰਡ ਦੀ, ਗਨਮੈਨ ਦੀ ਜ਼ਰੂਰਤ ਨਹੀਂ ਆ, ਉਹਨੂੰ ਡਾਂਗ ਸੋਟੇ ਦੀ ਲੋੜ ਨਹੀਂ ਆ, ਉਹਨੂੰ ਕਿਸੇ ਹਥਿਆਰ ਦੀ ਜ਼ਰੂਰਤ ਨਹੀਂ ਆ। ਉਹ ਸੈਨਾ ਦਾ ਯਹੋਵਾ ਪਰਮੇਸ਼ਰ ਉਹਦੇ ਅੱਗੇ ਅੱਗੇ ਚੱਲਦਾ ਆ। ਇਸ ਲਈ ਉਹ ਫਿਰ ਸ਼ੇਰ ਦੀ ਤਰ੍ਹਾਂ ਨਿਕਲਦਾ ਹੈ। ਲੋਕ ਪਰੇਸ਼ਾਨ ਹੁੰਦੇ ਆ, ਇਹ ਰਾਤ ਦਿਨੇ ਘੁੰਮਦਾ ਆ, ਇਹਨੂੰ ਕੋਈ ਬਾਡੀਗਾਰਡ ਨਹੀਂ ਆ, ਇਹਦਾ ਕੋਈ ਮਗਰ ਵੀ ਨਹੀਂ ਆ, ਇਹਦਾ ਕੋਈ ਅੱਗੇ ਵੀ ਨਹੀਂ ਆ, ਪਰ ਉਹਨੂੰ ਦਿਸਦਾ ਨਹੀਂ ਆ। ਸੈਨਾ ਦਾ ਯਹੋਵਾ ਸਰਵ ਸ਼ਕਤੀਮਾਨ ਪਰਮੇਸ਼ਰ ਉਹਦੇ ਅੱਗੇ ਅੱਗੇ ਚੱਲਦਾ ਆ। ਕਿਹਦੇ ਅੱਗੇ ਅੱਗੇ ਚੱਲਦਾ ਆ? ਜੋ ਵਿਸ਼ਵਾਸ ਕਰਦਾ। ਉਹ ਮੇਰਾ ਪਰਮੇਸ਼ਰ ਆ, ਉਹ ਮੈਨੂੰ ਕਦੀ ਛੱਡੂਗਾ ਨਹੀਂ, ਉਹ ਕਦੀ ਮੈਨੂੰ ਤਿਆਗੂਗਾ ਨਹੀਂ, ਉਹ ਮੇਰੇ ਅੱਗੇ ਅੱਗੇ ਚੱਲੂਗਾ। ਉਹ ਇਸਰਾਇਲ ਦੇ ਅੱਗੇ ਅੱਗੇ ਚੱਲਿਆ, ਉਹਨੇ ਇੱਕ ਵੀ ਦਿਨ ਧੋਖਾ ਨਹੀਂ ਦਿੱਤਾ। ਉਹ ਸਾਡਾ ਪਰਮੇਸ਼ਰ ਆ, ਉਹ ਕਦੀ ਸਾਨੂੰ ਧੋਖਾ ਨਹੀਂ ਦੇਗਾ। ਅਸੀਂ ਸੌ ਜਾਂਦੇ ਆ, ਲੇਕਿਨ ਉਹ ਜਾਗਦਾ ਰਹਿੰਦਾ ਆ। ਪ੍ਰਭੂ ਦੇ ਵਚਨ 'ਚ ਲਿਖਿਆ, ਮੈਂ ਸੈਨਾ ਦਾ ਯਹੋਵਾ ਆਪਣੇ ਵਚਨ ਪੂਰੇ ਕਰਨ ਲਈ ਜਾਗਦਾ ਔਰ ਜਿਉਂਦਾ ਆ। ਇਸ ਲਈ ਤੂੰ ਹੁਣ ਘਬਰਾ ਨਾ, ਤੂੰ ਹੁਣ ਟੈਨਸ਼ਨ ਨਾ ਲੈ, ਤੂੰ ਮੇਰੇ ਤੇ ਭਰੋਸਾ ਰੱਖ ਔਰ ਮੈਂ ਤੇਰੇ ਅੱਗੇ ਅੱਗੇ ਚੱਲੂੰਗਾ। ਸਾਰੀ ਦੁਨੀਆ ਹੈਰਾਨ ਹੋ ਜੂਗੀ, ਇਹ ਕਿਹਦੇ ਕੋਲ ਗਿਆ? ਇਹ ਉਹਦੇ ਕੋਲ ਗਿਆ ਜਿਹੜਾ ਉੱਚਾ ਗੜਿਆ। ਇਹ ਉਹਦੇ ਕੋਲ ਗਿਆ ਜਿਹੜਾ ਸਰਵ ਸ਼ਕਤੀਮਾਨ ਪਰਮੇਸ਼ਰ ਆ। ਇਹ ਉਹਦੇ ਕੋਲ ਚਲੇ ਗਿਆ ਜਿਹਦੇ ਕੋਲੋਂ ਕੋਈ ਖੋ ਨਹੀਂ ਸਕਦਾ। ਇਸ ਲਈ ਪ੍ਰਭੂ ਦੇ ਵਚਨ 'ਚ ਲਿਖਿਆ, ਪ੍ਰਭੂ ਕਹਿੰਦਾ ਹੁਣ ਤੁਸੀਂ ਚਿੰਤਾ ਨਾ ਕਰੋ, ਤੁਹਾਨੂੰ ਮੇਰੇ ਹੱਥ 'ਚੋਂ ਕੋਈ ਨਹੀਂ ਖੋ ਸਕਦਾ। ਕਿਉਂ? ਕਿਉਂਕਿ ਮੈਂ ਸਰਵ ਸ਼ਕਤੀਮਾਨ ਪਰਮੇਸ਼ਰ ਆ। ਪਹਿਲਾਂ ਮੇਰੇ ਨਾਲ ਲੜੂਗਾ, ਪਹਿਲਾਂ ਮੈਨੂੰ ਹਰਾਊਗਾ, ਫਿਰ ਤੁਹਾਡੇ ਤੱਕ ਆਊਗਾ। ਮੈਂ ਤੁਹਾਡੇ ਲਈ ਆਪਣੀ ਜਾਨ ਦਿੱਤੀ ਆ, ਮੈਂ ਤੁਹਾਨੂੰ ਆਪਣੇ ਖੂਨ ਨਾਲ ਮੁੱਲ ਲਿਆ ਆ। ਸਾਰੀ ਦੁਨੀਆ ਦੇ ਸਾਹਮਣੇ
ਜਦ ਉਹਨੇ ਸਾਨੂੰ ਮੁੱਲ ਲਿਆ, ਜਦ ਅਸੀਂ ਉਹਦੇ ਤੇ ਵਿਸ਼ਵਾਸ ਕਰ ਲਿਆ, ਉਸ ਪ੍ਰਭੂ ਨੇ ਐਲਾਨ ਕਰ ਦਿੱਤਾ, हे ਮੇਰਾ ਪੁੱਤਰਿਆ, ਹੁਣ ਕੋਈ ਇਹਦੇ ਵੱਲੇ ਵੇਖ ਵੀ ਨਹੀਂ ਸਕਦਾ। ਇਸ ਲਈ ਅਸੀਂ ਐਵੇਂ ਨਹੀਂ ਆ, ਯਹੋਵਾ ਮੇਰਾ ਗੜ੍ਹ ਆ, ਉਹ ਮੇਰੀ ਚਟਾਨ ਆ। ਆइए पढ़ लांगे होर। यहोवा मेरा गढ़ आ, हाँ जी, ਅਤੇ ਮੇਰਾ ਪਰਮੇਸ਼ਰ ਮੇਰੀ ਪਨਾਹ ਦੀ ਚਟਾਨ। मेरा परमेश्वर मेरी पनाह दी चट्टान आ। मैं किते भी कमजोर हो जावां, मैं किते भी परेशान हो जावां, मैनू डॉक्टर दे कोल जाण दी जरूरत नहीं आ। मैं उस प्रभु दी पनाह दे विच आ जाऊंगा। वो अंदरे ही तसल्ली दऊगा, वो कहूगा ना डर, ना घबरा, मैं तेरा परमेश्वर हाँ। हालेलुया, ਹਾਲੇਲੂਇਆ। आइए पढ़ांगे प्रभु दे वचन दे विचों यशायाह दी किताब 49 अध्याय उसदा 15 और 16 वचन पढ़ लांगे। ਭਲਾ ਤੀਵੀ ਆਪਣੇ ਦੁੱਧ ਚੁੰਗਦੇ ਬੱਚੇ ਨੂੰ ਭੁਲਾ ਸਕਦੀ, हाँ ਭਈ ਉਹ ਆਪਣੇ ਢਿੱਡ ਦੇ ਬਾਲ ਉੱਤੇ ਰਹਿਮ ਨਾ ਕਰੇ। हाँ, ਇਹ ਭਾਵੇਂ ਭੁੱਲ ਜਾਣ, ਪਰ ਮੈਂ ਤੈਨੂੰ ਨਹੀਂ ਭੁੱਲਾਂਗਾ। प्रभु कहंदा मैं तेनू कदी मां कदी बच्चे नू भुल नहीं सकदी, लेकिन प्रभु कहंदा मां जिन्ना मर्जी प्यार करे पर मां भुल सकदी आ। मैं तेनू कदी भुलूंगा, मैं तेनू कदी छड्डूंगा नहीं, मैं तेरे नाल नाल तेरे अगे अगे चलूंगा। ये साडा प्रभु एहो जिहा आ, ये मेरी रखवाली करदा आ ते मेरे बेटे दी रखवाली भी करदा आ। जिन्ना मेरा परमेश्वर आ ओना मेरे बेटे दा परमेश्वर आ, ओना ही मेरी नूह दा परमेश्वर आ, ओना ही ये मेरे पोते पोतियां दा परमेश्वर आ, ओना ही ये मेरे सारे घराने दा परमेश्वर आ। ये एक दी जिम्मेवारी लेंदा आ। मेरे प्यारे दुनिया च कोई ऐसा नहीं आ जेड़ा एक दी जिम्मेवारी लवे, जेड़ा एक नू अपने सिर ते ले लवे। मां घरों बच्चे नू प्रार्थना करके तोर दिया, वो कहंदी आ यहोवा परमेश्वर तेरे साथ आ, तू डरना, तू कला नहीं जा रहा, तेरा परमेश्वर तेरे अगे अगे जा रहा आ। आज जो मेरा परमेश्वर आ, मेरे बच्चों का परमेश्वर आ, मेरे सारे घराने का परमेश्वर आ, मेरी बेटी का, मेरे सारे रिश्तेदारों का भी परमेश्वर आ, वो सारी दुनिया का परमेश्वर आ। इसलिए घबराउण दी लोड़ पनाह जो असी पनाह लै ली तो वह फिर कदी सानू छड्डूगा। असी अपनी ताकत ते मान करते हैं, इस करके ठोकरां खाने आ। असी अपनी बुद्ध ते घमंड करते हैं, इसलिए फेल हुंदे जाने आ। इसलिए अपना जोर, अपनी ताकत, अपनी बुद्धि नू छड्ड के प्रभु दे उत्ते भरोसा रखांगे ते कोई भी आँच आउण नहीं देगा। ओ सर्वशक्तिमान आ। आइए यशायाह की किताब 41 दे ओदा 10 वचन पढ़ ले। ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ। ਉਹ ਕਹਿੰਦਾ ਡਰ ਨਾ। ਅੱਜ ਜਿੰਨੇ ਇੱਥੇ ਆਏ ਜੋ ਡਰ ਛੱਡ ਕੇ ਜਾਣਾ, ਇੱਥੇ ਹੀ ਛੱਡ ਕੇ ਜਾਣਾ। ਰਾਤ ਨੂੰ ਵੀ ਨਿਕਲਦੇ ਸਮੇਂ ਤੁਹਾਡੇ ਅੰਦਰ ਵਚਨ ਦੀ ਇੱਕ ਤਾਕਤ ਆਏਗੀ, ਇੱਕ ਬਲ ਆਏਗਾ। जिस समय ਤੁਹਾਡੇ अंदर निराशा ਜਾਂ डर आउंदिया, अंदरों आवाज आऊगी बाहर निकल, मैं बाहर ही खड़ा हाँ, तेरा कोई वाल नहीं लंघा कर सकता। इसलिए वो जंग दे मैदान दा योद्धा आ, वो कदी डरदा नहीं आ। हर व्यक्ति डर सकता आ, हर तलवारधारी व्यक्ति डर सकता आ, वो इंसान आ, लेकिन सेना दा यहोवा जंग दे मैदान दा योद्धा आ। ओदे द्वारा जंग फतेह हुंदी आ, ओदे द्वारा जय मिलदी आ। इसलिए तुसी ओदे कोल आए जो जय चाहुंदे जो, ओ प्रभु तुहानू जय देण लई तैयार आ। अगे और पढ़ लांगे। ना घाबर, मैं तेरा परमेश्वर जो हाँ। घाबर दा बंदा किथे आ? जिथे गाड़ी डांगा वाले तलवारां वाले खलोते होण,
ਜਿੱਥੇ ਲੱਗਦਾ ਹੋਵੇ ਇਹ ਮੇਰੇ ਨਾਲ ਤਾਕਤਵਰ ਆ, ਇਹ ਮੇਰਾ ਸਾਹਮਣਾ ਕਰਨਗੇ ਤੇ ਮੈਨੂੰ ਹਰਾ ਦੇਣਗੇ। ਲੇਕਿਨ ਪਰਮੇਸ਼ਰ ਦਾ ਵਚਨ ਦੱਸਦਾ ਇੱਕ ਰਾਜੇ ਨੂੰ ਦੂਸਰੇ ਰਾਜੇ ਨੇ ਆਣ ਕੇ ਚਿੱਠੀ ਘੱਲ ਦਿੱਤੀ। ਉਸ ਸਮੇਂ ਉਹਨੇ ਬੰਦੇ ਘੱਲੇ, ਕਹਿੰਦਾ ਰਾਜੇ ਨੂੰ ਜਾ ਕੇ ਹੁਕਮ ਦੇ ਦਿਓ ਕਿ ਮੈਂ ਸ਼ਹਿਰ ਦੇ ਬਾਹਰ ਆ ਗਿਆ ਆ, ਮੈਂ ਤੇਰੇ ਸ਼ਹਿਰ ਨੂੰ ਘੇਰਾ ਪਾ ਲਿਆ ਆ, ਤੂੰ ਜੋ ਕਰਨਾ ਹੀ ਕਰ ਲਾ, ਮੈਂ ਲੜਾਈ ਲੜਨ ਲਈ ਤਿਆਰ ਆ। ਉਹ ਰਾਜਾ, ਉਹਦਾ ਗੜ ਯਹੋਵਾ ਸੀ, ਉਹਦੀ ਪਨਾਹ ਯਹੋਵਾ ਹੀ। ਉਸ ਰਾਜੇ ਨੇ ਉਹ ਧਮਕੀ ਵਾਲੀਆਂ ਚਿੱਠੀਆਂ ਲੈ ਲੀਆਂ, ਉਹ ਜੋ ਕੁਛ ਉਹਨਾਂ ਨੇ ਦਿੱਤਾ ਲੈ ਲਿਆ, ਉਹ ਭਵਨ ਦੇ ਵਿੱਚ ਜਾ ਕੇ ਰੱਖ ਦਿੱਤੀਆਂ ਖੋਲ ਕੇ। ਕਹਿੰਦਾ ਸੈਨਾ ਦੇ ਯਹੋਵਾ, ਤੂੰ ਮੇਰਾ ਗੜ ਆ ਔਰ ਤੂੰ ਜੰਗ ਦੇ ਮੈਦਾਨ ਦਾ ਯੋਧਾ ਆ। ਉਹ ਇਹ ਲੜਾਈ ਤੇਰੇ ਹੱਥ 'ਚ ਆ, ਇਹ ਲੜਾਈ ਨੂੰ ਤੂੰ ਜਿੱਤ, ਮੈਂ ਤੇਰੀ ਪਨਾਹ 'ਚ ਆਇਆ। ਜਦ ਉਹਦੀ ਪਨਾਹ 'ਚ ਗਿਆ, ਉਹ ਪ੍ਰਭੂ ਸੁਰਗਦੂਤ ਘੱਲਿਆ। ਇੱਕ ਸੁਰਗਦੂਤ ਨੇ ਕਿੰਨੇ ਹਜ਼ਾਰ ਲੱਖ ਲੋਕਾਂ ਨੂੰ ਮਾਰ ਕੇ ਢਹਿ ਢੇਰੀ ਕਰ ਦਿੱਤਾ। ਦਿਨ ਚੜ੍ਹਦੇ ਨੂੰ ਫੌਜਾਂ ਨੇ ਵੇਖਿਆ ਜਿਹੜੀਆਂ ਬਚੀਆਂ ਲਾਸ਼ਾਂ ਹੀ ਲਾਸ਼ਾਂ ਪਈਆਂ ਨੇ, ਉਹ ਆਪਣਾ ਬੋਰੀ ਬਿਸਤਰਾ ਬਣ ਕੇ ਨਿਕਲ ਗਏ। ਇਹ ਰਾਜਾ ਇੰਨਾ ਤਗੜਾ ਆ, ਇਹ ਰਾਜੇ ਦਾ ਕੌਣ ਤਲਵਾਰਧਾਰੀ ਨਿਕਲਿਆ ਆ ਜਿਨੇ ਇੰਨੇ ਲੋਕਾਂ ਨੂੰ ਨਾਸ਼ ਕਰ ਦਿੱਤਾ? ਇੱਕ ਹੀ ਸੁਰਗਦੂਤ ਘੱਲਿਆ। ਇਸ ਲਈ ਸਾਡੀ ਕੋਈ ਵਾਲੇ ਵੀ ਵੇਖ ਨਹੀਂ ਸਕਦਾ। ਅਸੀਂ ਐਵੇਂ ਨਹੀਂ ਆ, ਪਰਮੇਸ਼ਰ ਦੇ ਹੱਥ ਦੇ ਉੱਤੇ ਆ। ਆਂਦਾ ਮੈਂ ਹੱਥ ਦੀ ਥੇਲੀ ਤੇ ਤੇਰਾ ਰੂਪ ਉਕਰਿਆ ਆ। ਜਦ ਤੂੰ ਰਾਤ ਨੂੰ ਜਾਣਾ ਆ, ਮੈਂ ਰਾਤ ਨੂੰ ਵੀ ਅੱਖਾਂ ਲਾਈਆਂ ਨੇ। ਮੇਰਾ ਬੇਟਾ ਜਾ ਰਿਹਾ ਆ, ਸ਼ੈਤਾਨ ਤੂੰ ਇਹਦੇ ਲਈ ਵੇਖਿਆ ਵੀ ਤਾਂ ਤੂੰ ਹਿਸਾਬ ਲਾ ਲਈ। ਉਹ ਐਲਾਨ ਕਰਦਾ ਆ, ਡਰਨ ਦੀ ਲੋੜ ਨਹੀਂ ਆ। ਯਹੋਵਾ ਮੇਰੀ ਓਟ ਆ, ਯਹੋਵਾ ਮੇਰੀ ਪਨਾਹ ਆ। ਮੈਂ ਅਤ ਮਹਾਨ ਪਰਮੇਸ਼ਰ ਦੀ ਪਨਾਹ ਵਿੱਚ ਆਇਆ ਆ, ਮੇਰਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਉਹ ਕਹਿੰਦਾ ਘਾਬਰ ਨਾ, ਮੈਂ ਸਾਰੀ ਸੈਨਾ ਨੂੰ ਤੇਰੇ ਅੱਗੇ ਲਾ ਦੂੰਗਾ, ਮੈਂ ਸਾਰੀ ਸੈਨਾ ਦੇ ਗੋਡੇ ਟਿਕਾ ਦੂੰ ਤੇਰੇ ਸਾਹਮਣੇ। ਤੂੰ ਮੇਰਾ ਬੇਟਾ ਆ, ਜੇ ਤੂੰ ਹਾਰ ਗਿਆ ਤੇ ਮੈਂ ਹਾਰ ਗਿਆ, ਮੈਂ ਤੈਨੂੰ ਕਦੀ ਹਰਨ ਨਹੀਂ ਦਊਂਗਾ, ਤੂੰ ਘਾਬਰ ਨਾ। ਆਈ ਅੱਗੇ ਚਲਾਂਗੇ। ਮੈਂ ਤੈਨੂੰ ਜ਼ੋਰ ਬਖਸ਼ਾਂਗਾ, ਮੈਂ ਤੈਨੂੰ ਜ਼ੋਰ ਬਖਸ਼ੂੰਗਾ। ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ, ਮੈਂ ਤੇਰੀ ਸਹਾਇਤਾ ਕਰੂੰਗਾ। ਹਾਂ, ਮੈਂ ਤੈਨੂੰ ਆਪਣੇ ਫਤਿਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ, ਮੈਂ ਤੈਨੂੰ ਫਤਿਹ ਦੇਵਾਂਗਾ। ਯਹੋਵਾ ਮੇਰਾ ਗੜ ਆ, ਯਹੋਵਾ ਮੇਰੀ ਪਨਾਹ ਆ। ਮੈਂ ਉਹਦੇ ਕੋਲ ਆਇਆ ਜਿਹੜਾ ਲੋਹੇ ਦੀਆਂ ਕੰਧਾਂ ਪਾੜ ਦਿੰਦਾ ਆ, ਜਿਹੜਾ ਪੱਥਰਾਂ ਦੇ ਪਹਾੜ ਪਾੜ ਦਿੰਦਾ ਆ, ਜਿਹੜਾ ਧਰਤੀ ਉੱਤੇ ਭੁਚਾਲ ਲਿਆ ਦਿੰਦਾ ਆ, ਜਿਹੜਾ ਧਰਤੀ ਨੂੰ ਕਾਂਬਾ ਲਾ ਦਿੰਦਾ ਆ। ਜਦੋਂ ਸਨਾਈ ਪਹਾੜ ਤੇ ਉਤਰਦਾ ਆ, ਅੱਗ ਦੇ ਵਿੱਚ ਉਤਰਦਾ ਆ, ਉਹ ਪਹਾੜ ਵੀ ਅੱਗ ਦੇ ਨਾਲ ਬਲਦਾ ਆ। ਲੇਕਿਨ ਮੂਸਾ ਉਸ ਪ੍ਰਭੂ ਨੂੰ ਪਿਆਰ ਕਰਦੇ ਸਮੇਂ ਉਸ ਅੱਗ ਦੇ ਵਿੱਚ ਰਹਿੰਦਾ ਆ, ਉਹਦਾ ਵਾਲ ਵੀ ਨਹੀਂ ਸੜਦਾ। ਦੁਨੀਆ ਦੀ ਕੋਈ ਤਾਕਤ ਸਾਡਾ ਵਾਲ ਵੀ ਵਿੰਗਾ ਕਰ ਨਹੀਂ ਸਕਦੀ। ਯਹੋਵਾ ਮੇਰੀ ਪਨਾਹ ਆ, ਯਹੋਵਾ ਮੇਰਾ ਉੱਚਾ ਗੜ ਆ, ਯਹੋਵਾ ਮੇਰੀ ਚਟਾਨ ਆ, ਜਾਨੀ ਕਿ ਮੈਂ ਉੱਚੇ ਪਹਾੜ ਦੇ ਉੱਤੇ ਆ। ਇਸ ਲਈ ਕੋਈ ਵੀ ਮੇਰਾ ਨੁਕਸਾਨ ਕਰ ਨਹੀਂ ਸਕਦਾ। ਆਈਏ ਵਚਨ ਦੀ ਸਮਝ ਲੱਗੀ ਆ ਤਾਂ ਅਸੀਂ ਥੋੜੀ ਦੇਰ ਸਿਰ ਝੁਕਾਈਏ, ਪ੍ਰਾਰਥਨਾ ਕਰੀਏ। ਅੱਜ ਅਸੀਂ ਪਨਾਹ ਨਗਰ ਦੇ ਵਿੱਚ ਆਏ ਆ, ਅੱਜ ਅਸੀਂ ਅਤ ਮਹਾਨ ਦੀ ਓਟ ਦੇ ਹੇਠਾਂ ਆਏ ਆ।